ਹਾਂਜੀ, ਇਹ ਜਿਹੜੀਆਂ ਆਪਾਂ ਗੱਲਾਂ ਕਰਦੇ ਨਾ, ਜਿੱਦਾਂ ਮੈਂ ਵੀ ਕਿਹਾ ਸੀ, ਉਹ ਤੁਸੀਂ ਭੈਣ ਜੀ ਵੀ ਕਹਿ ਕੇ ਹਟੇ ਕਿ ਅਸੀਂ, ਪਰਮਿੰਦਰ ਭਾਜੀ ਵੀ ਕਹਿ ਕੇ ਹਟੇ ਕਿ ਅਸੀਂ ਬਹਿ ਜਾਂਦੇ ਆ, ਕੁਛ ਪਤਾ ਨਹੀਂ ਕੀ ਹੁੰਦਾ। ਇਹ ਸਾਡੇ ਵਰਗਿਆਂ ਲਈ ਹੈ, ਕਿਉਂਕਿ may be ਹੋ ਸਕਦਾ ਕਿ ਅਸੀਂ, ਮੈਂ ਇਹਨਾਂ ਲਈ ਤਾਂ ਨਹੀਂ ਕਹਿ ਸਕਦੀ, ਸੌਰੀ, ਮੈਂ ਆਪਣੇ ਲਈ ਕਹਿੰਦੀ ਕਿ ਮੈਂ ਥੋੜਾ ਜ਼ਿਆਦਾ ਹੀ ਪਿੱਛੇ ਆ, ਕੁਛ ਔਗਣ ਜ਼ਿਆਦਾ ਕੀਤੇ ਆ, ਪਰ ਕੁਛ ਵੀ ਆ, ਜਿੰਨਾ ਮਰਜੀ ਮਾੜਾ ਇਨਸਾਨ ਕਿੰਨੇ ਮਰਜੀ ਜਨਮ ਲੈ ਕੇ ਆਇਆ, ਜੋ ਵੀ ਕੀਤਾ, ਇਹ ਜ਼ਰੂਰ ਹੈ ਕਿ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਮਿਹਰ ਬਹੁਤ ਆ ਮੇਰੇ ਤੇ ਵੀ, ਆਪ ਸਭ ਤੇ, ਆਪਣੇ ਸਭ ਤੇ ਹੀ ਆ। ਕਿਉਂਕਿ ਇਹ ਜੋ ਵੀ ਸੰਗਤ ਹੈਗੀ ਆ, ਜੋ ਵੀ ਸੰਗਤ ਇੱਥੇ ਆਉਂਦੀ ਜੁੜਦੀ ਆ, ਉਹਨਾਂ ਦੇ ਵਿੱਚ ਇੱਕ ਇੱਛਾ ਹੈ ਕਿ ਅਸੀਂ ਪਰਮਾਤਮਾ ਨੂੰ ਪਾਉਣਾ ਹੈ। ਇਹ ਸ਼ੁੱਧ, ਇਹਨੂੰ ਹੁਣ ਪਤਾ ਲੱਗਦਾ ਕਿ ਸਾਧ ਸੰਗਤ ਕੀ ਹੈ ਜੀ, ਪਤਾ ਲੱਗਦਾ। ਪਹਿਲਾਂ ਤੇ ਗੁਰਦੁਆਰੇ ਜਾ ਕੇ ਬਹਿ ਜਾਂਦੇ ਸੀਗੇ, ਕਥਾ ਸੁਣ ਲੈਂਦੇ ਸੀ, ਕੀਰਤਨ ਸੁਣ ਲੈਂਦੇ ਸੀ, ਉਹਨਾਂ ਕੇ ਚੱਲੇ ਰਸ ਸੀਗਾ, ਉਹ ਬਿਲਕੁਲ ਸੱਚ ਸੀਗਾ। ਉਹ ਕੀਰਤਨ ਕਰਨੇ ਵਾਲੇ ਨੇ ਕੀਰਤਨ ਕਰ ਦੇਣਾ, ਉਹ ਧੁਨ ਜੇ ਸੁਣੀ ਜਾਣੀ ਆ, ਆਵਾਜ਼ ਜੇ ਸੁਣੀ ਜਾਣੀ, ਕੀਰਤਨ ਕਹਿ ਕੀ ਰਿਹਾ, ਸ਼ਬਦ ਕਹਿ ਕੀ ਰਿਹਾ, ਉਹ ਬਹੁਤਾ ਸਮਝ ਨਹੀਂ ਸੀ ਲੱਗਦਾ। ਇੱਕ ਇੱਕ ਸ਼ਬਦ ਸਮਝ ਲੈਣਾ, ਇੱਕ ਬੋਲ, ਜਿੱਦਾਂ ਤੁਸੀਂ ਕਹੋ ਮਿਲ ਮੇਰੇ ਪ੍ਰੀਤਮਾ ਜੀ, ਉਹ ਇੰਨਾ ਕੀ ਪਤਾ ਸੀ, ਬਾਕੀ ਕੀ ਕਹਿੰਦੇ ਆ ਕੁਛ ਵੀ ਨਹੀਂ ਸੀ ਪਤਾ ਲੱਗਦਾ, ਹਨਾ। ਇੰਨਾ ਕੁ ਸੁਣ ਕੇ ਘਰਾਂ ਨੂੰ ਆ ਜਾਣਾ, ਖਾਲੀ ਫੀਲ ਹੋ ਜਾਣਾ। ਬਹੁਤ ਸੰਗਤ ਕਰਨੀ, ਸੰਗਤਾਂ ਵਿੱਚ ਜਾਣਾ, ਸੰਤਾਂ ਨੂੰ ਲੱਭਦੇ ਰਹਿਣਾ ਕਿ ਵੀ ਉਹਨਾਂ ਕੁ ਸਮਾਂ ਮੇਰਾ ਲੱਗ ਜਾਊਗਾ। ਫਿਰ ਮੈਂ ਕਹੂੰਗੀ ਧਰਮਰਾਜ ਨੂੰ ਕਿ ਲੁੱਕ, ਮੈਂ ਇੰਨਾ ਸਮਾਂ ਸੰਤਾਂ ਨਾਲ ਬੈਠਿਆ ਸੀਗਾ, ਤੁਸੀਂ ਮੈਨੂੰ ਇੰਨਾ ਪੁੰਨ ਦੇ ਦਿਓ। ਹੁਣ ਜਦੋਂ ਏਦਾਂ ਮੈਂ ਇੰਨਾ ਮਨ ਚ ਬੈਠਿਆ ਸੀ ਵੀ ਪਰਮਾਤਮਾ ਉੱਪਰ ਆ ਕਿਤੇ। ਹਾਂਜੀ ਹਾਂਜੀ, ਬਿਲਕੁਲ ਠੀਕ ਆ। ਏਦਾਂ ਹੀ ਸਾਰੇ ਮੇਰੇ ਤਾਂ ਆਪ ਏਦਾਂ ਹੀ ਸੀ ਵੀ ਪਰਮਾਤਮਾ ਕਿਤੇ ਹੋਰ ਆ। ਜਿਹੜਾ ਹੁਣ ਇੱਥੋਂ ਗਿਆਨ ਮਿਲਿਆ, ਉਹਨੇ ਅੱਖਾਂ ਖੋਲੀਆਂ ਵੀ ਵੀ ਹੈਵ ਟੂ ਲੁੱਕ ਇਨਸਾਈਡ ਆਵਰ ਸੈਲਫ। ਸੋ ਪਰਮਾਤਮਾ ਨੂੰ ਅੰਦਰੋਂ ਹੀ ਖੋਜਣਾ, ਤੇ ਬਾਕੀ ਸੱਚਾਈ ਦੇ ਰਸਤੇ, ਧਰਮ ਦੇ ਰਸਤੇ ਤੇ ਚੱਲਣਾ, ਤੇ ਇਹੀ ਟਾਈਮ ਆ। ਹਾਂਜੀ, ਆਪਾਂ ਕਰੀਏ ਜੀ ਸ਼ੁਰੂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਜੀ, ਗੁਰਕੀ ਵੀਰ ਜੀ, ਨਿਜਰ ਵੀਰ ਜੀ, ਹੁਣੇ ਵਿਚਾਰ ਹੋ ਰਹੇ ਸੀ ਸੰਗਤ ਦੇ। ਹਾਂਜੀ ਹਾਂਜੀ, ਸੰਗਤ ਦੇ ਵਿੱਚ ਵਿਚਾਰ ਚਰਚਾ ਚੱਲ ਰਹੀ ਸੀ, ਮੈਂ ਵੀ ਕੁਛ ਬੋਲਣਾ ਚਾਹੁੰਦੀ ਸੀ। ਚਲੋ ਤੁਸੀਂ ਵੀ ਆ ਗਏ। ਵੀਰ ਜੀ, ਅੱਜ ਮੇਰਾ ਇਹ ਫੁਰਨਾ ਸੀਗਾ, ਮਤਲਬ ਕਾਫੀ ਦਿਨਾਂ ਤੋਂ ਸੀਗਾ, ਅੱਜ ਵੀ ਸੀ ਮੇਰਾ ਫੁਰਨਾ, ਕਿ ਜਿਸ ਤਰ੍ਹਾਂ ਹੁਣ ਅਸੀਂ 5 ਨੰਬਰ ਹੀ ਹੈ, ਚਲੋ ਡਿਸਕਸ ਕਰ ਰਹੇ ਸੀ, ਅਸੀਂ ਆਪਣੀ ਆਪਣੀ ਸਲਾਹ ਸਾਰੇ ਦੇ ਰਹੇ ਸੀ। ਮੈਂ ਤਾਂ ਅਜੇ ਚਲੋ ਨਹੀਂ ਬੋਲੀ ਸੀ, ਵਿਚਾਰ ਕੀਤਾ ਕੋਈ ਵੀ, ਮਤਲਬ ਅਸੀਂ ਸਾਰੇ ਵੀਰ ਜੀ ਇੱਕੋ ਹੀ ਸਟੈਪ ਤੇ ਖੜੇ ਹੋਏ ਆ, ਚਾਹੇ ਦੂਸਰਾ ਟੰਬਾ ਕਹਿ ਲਓ, ਚਾਹੇ ਚੌਥਾ, ਤੀਸਰਾ ਕਹਿ ਲਓ, ਮਤਲਬ ਚੌਥੇ ਤੇ ਤਾਂ ਨਹੀਂ ਅਸੀਂ ਪਹੁੰਚੇ, ਸਾਡੀ ਅਵਸਥਾ ਨਹੀਂ ਬਣੀ ਹਲੇ। ਬਟ ਜਿੰਨੇ ਕੁ ਵੀ ਮੈਂ ਸੁਣ ਰਹੀ ਹਾਂ, ਸਾਰੇ ਵੀਰ ਜੀ ਇੱਕੋ ਵਿਚਾਰ ਕਰ ਰਹੇ ਆ ਕਿ ਅੱਛਾ ਲੱਗਦਾ ਹੈ, ਨਾਮ ਸੁਣਨ ਵਿੱਚ ਦਿਲ ਲੱਗਦਾ ਹੈ, ਬੈਠਦੇ ਆ, ਰਾਤ ਨੂੰ ਵੀ ਬੈਠ ਜਾਂਦੇ ਹਾਂ, ਜਦੋਂ ਦਿਲ ਕਰਦਾ, ਮਨ ਦੇ ਵਿੱਚ ਵਿਚਾਰ ਆਇਆ ਉਸੇ ਟਾਈਮ ਚੌਕੜਾ ਮਾਰ ਕੇ ਬੈਠ ਜਾਂਦੇ ਹਾਂ ਅਸੀਂ। ਫਿਰ ਇਹ ਵੀ ਨਾਲ ਇਸ ਤਰ੍ਹਾਂ ਹੀ ਹੁੰਦਾ ਵੀਰ ਜੀ। ਬਾਕੀ ਮੈਂ ਸੰਗਤ ਕੋਲੋਂ ਵੀਰ ਜੀ ਮਾਫੀ ਮੰਗਦੀ ਹਾਂ ਕਿ ਮੈਂ ਇਸ ਲਾਇਕ ਨਹੀਂ ਹੈਗੀ, ਮੈਂ ਇਸ ਯੋਗ ਨਹੀਂ ਹੈਗੀ, ਮੈਂ ਇੰਨੇ ਕੁ ਵਿਚਾਰ ਦੇ ਸਕਾਂ। ਬਟ ਜਿਸ ਤਰ੍ਹਾਂ ਸੰਗਤ ਗੱਲ ਕਰ ਰਹੀ ਹੈ ਵੀਰ ਜੀ, ਇਹਨਾਂ ਆਪਣੇ ਸਾਰਿਆਂ ਦੀ ਇਹ ਅਵਸਥਾ ਬਣ ਚੁੱਕੀ ਹੈ ਕਿ ਜਿਵੇਂ ਹੁਣ ਆਪਾਂ ਕਹਿੰਦੇ ਨਾ, ਗੁਰਬਾਣੀ ਵਿੱਚ ਲਿਖਿਆ ਹੋਇਆ ਕਿ ਦੇ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ, ਸਾਚੇ ਨਾਮ ਕੀ ਲਾਗੇ ਭੁੱਖ, ਉੱਠ ਭੁੱਖੇ ਕਾਇ ਚੱਲੀਏ ਦੁੱਖ। ਉਹ ਅਵਸਥਾ ਸੰਗਤ ਦੀ ਬਣ ਚੁੱਕੀ ਹੈ ਵੀਰ ਜੀ। ਤੁਹਾਡਾ ਨਾ ਮਾਈਕ, ਇੱਕ ਤਾਂ ਤੁਹਾਡਾ ਮਾਈਕ ਗੜਬੜ ਕਰ ਰਿਹਾ, ਦੂਜਾ ਤੁਹਾਡੇ ਗੱਡੀਆਂ ਗੁੱਡੀਆਂ ਦਾ ਸ਼ੋਰ ਬਹੁਤ ਜ਼ਿਆਦਾ। ਇੱਕ ਮਿੰਟ, ਮੈਂ ਨਾ ਥੋੜਾ, ਹਾਂਜੀ ਹੁਣ, ਕਿਉਂਕਿ ਹਾਂਜੀ ਵੀਰ ਜੀ, ਹਾਂ ਹਾਂ, ਹੁਣ ਠੀਕ ਹੈ ਵੀਰ ਜੀ? ਹਾਂ ਪਹਿਲਾਂ ਠੀਕ ਸੀਗਾ, ਹੁਣ ਤੁਸੀਂ ਸ਼ਾਇਦ ਬਹੁਤ ਨੇੜੇ ਕਰ ਲਿਆ ਮਾਈਕ। ਈਕੋ ਆ ਰਹੀ ਹੈ, ਈਕੋ ਆ ਰਹੀ ਹੈ। ਪਹਿਲਾਂ ਨੇੜੇ ਸੀ ਵੀਰ ਜੀ, ਹੁਣ ਮੈਂ ਮਾਈਕ ਹੈਡਫੋਨ ਲਗਾਏ ਹੋਏ ਆ, ਫੋਨ ਦੂਰ ਕਰ ਲਿਆ। ਸ਼ੋਰ ਬਹੁਤ ਜ਼ਿਆਦਾ ਆ ਰਿਹਾ ਜੀ, ਬਹੁਤ ਜ਼ਿਆਦਾ। ਅੱਛਾ ਜੀ, ਚਲੋ ਮੈਂ ਤਾਂ ਕਮਰੇ 'ਚ ਇਕੱਲੀ ਸੀਗੀ, ਥੋੜਾ 2 ਗਲੀਆਂ ਮਕਾਨ ਆ ਨਾ, ਥੋੜਾ ਹੋ ਜਾਂਦਾ। ਨਹੀਂ ਕੋਈ ਨਹੀਂ। ਹਾਂਜੀ, ਮੈਂ ਕਿਹਾ ਸੰਗਤ ਦੇ ਨਾਲ ਵਿਚਾਰ ਕਰਕੇ ਬਹੁਤ ਅੱਛਾ ਲੱਗਿਆ। ਥੋੜਾ ਜਿਹਾ ਟਾਈਮ ਸੰਗਤ ਨੂੰ ਏਦਾਂ ਹੀ ਦਿਆ ਕਰੋ, ਥੋੜਾ ਆਪਣੇ ਆਪਣੇ ਵਿਚਾਰ ਦਿੰਦੇ ਆ ਨਾ, ਫਿਰ ਪਤਾ ਚੱਲਦਾ ਵੀ ਕੌਣ ਕਿੱਥੇ ਪਹੁੰਚਿਆ ਹੋਇਆ। ਨਹੀਂ ਜਾਂ ਸਭ ਨੂੰ ਲੱਗਦਾ ਕਿ ਮੈਂ ਹੀ ਪਿੱਛੇ ਆ, ਮੈਂ ਹੀ ਪਿੱਛੇ ਆ, ਮਤਲਬ ਥੋੜਾ ਮਨ ਨੂੰ ਤਸੱਲੀ ਹੁੰਦੀ ਆ, ਹੌਸਲਾ ਮਿਲਦਾ, ਖੁਸ਼ੀ ਮਿਲਦੀ ਹੈ ਇਸ ਤਰ੍ਹਾਂ। ਇਹ ਤਾਂ ਜਿਹੜਾ ਨਾ ਅੱਜ ਜਿਹੜਾ ਨਾ ਥੋੜਾ ਜਿਹਾ ਮਾਲਕ ਵੱਲੋਂ ਹੀ ਜਿਹੜਾ ਹੈਗਾ, ਮੈਂ ਐਡਵਾਂਸ ਜਿਹੜਾ ਹੈਗਾ ਆਪਣਾ ਪਾ ਦਿੱਤਾ,
ਤੇ ਹਾਂਜੀ ਹਾਂਜੀ ਉਹਦੀ ਵਜ੍ਹਾ ਨਾਲ ਜਿਹੜਾ ਹੈਗਾ ਮੈਨੂੰ ਗਲਤਫਹਿਮੀ ਹੋ ਗਈ। ਮੈਂ ਆਮ ਸੌਰੀ ਫॉर दैट, ਕਿਉਂਕਿ ਜਿਹੜਾ ਹੈਗਾ ਨਹੀਂ 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 ਸੌਰੀ ਪਲੀਜ਼ ਨਹੀਂ, ਅੱਜ ਵਧੀਆ ਆਪਣੇ ਟਾਈਮ ਚੇਂਜ ਹੋਣ ਕਰਕੇ ਹੋ ਹਾਂਜੀ ਗਿਆ ਨਾ ਹਾਂਜੀ ਸਾਰਾ ਕੈਨੇਡਾ, ਆਪਣੇ ਸਾਰੇ ਟਾਈਮ ਚੇਂਜ ਹੋ ਗਿਆ ਤਾਂ ਹੀ ਹਾਂ ਆਪਾਂ ਅਰਲੀ ਹੋ ਗਏ। ਹਾਂਜੀ ਹਾਂਜੀ ਇਸ ਕਰਕੇ ਨਾ ਹੁਣ ਮੈਂ ਤਾਂ ਲੁਧਿਆਣੇ ਤੋਂ ਬੋਲਦੀ, ਇੰਡੀਆ ਤੋਂ। ਹਾਂਜੀ ਮੈਨੂੰ ਪਤਾ ਹੈ ਵੀਰ ਜੀ, ਭੈਣ ਜੀ। ਬਹੁਤ ਵਧੀਆ। ਹਾਂਜੀ ਹਾਂਜੀ ਹੁਣ ਆਪਾਂ ਮਾਈਕ ਬੰਦ ਕਰੀਏ ਤੇ ਆਪਾਂ ਥੋੜਾ ਜਿਹਾ ਆਪਾਂ ਹਾਂਜੀ ਹਾਂ ਉਸ ਹਾਂਜੀ ਪਾਸੇ ਨੂੰ ਵਾਹਿਗੁਰੂ ਜੀ ਕਾ ਹਾਂ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਹੈਗਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਐਕਚੁਅਲੀ ਕੀ ਹੁੰਦਾ ਹੈ ਕਿ ਗੁਰਬਾਣੀ ਜਿਹੜੀ ਹੈਗੀ ਆ ਨਾ, ਇਹ ਗੁਰੂ ਹੈਗੀ ਆ। ਗੁਰਬਾਣੀ ਗੁਰੂ ਹੈ। ਇਹ ਬ੍ਰਹਮ ਗਿਆਨ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦੇ ਬੋਲ ਹੈਗੇ ਆ, ਗੁਰੂਆਂ ਦੇ ਬੋਲ ਵੀ ਨਹੀਂ ਹੈਗੇ। ਉਹ ਤਾਂ ਕਹਿੰਦੇ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਤੇ ਇਹ ਪਰਮਾਤਮਾ ਦੀ ਬਾਣੀ ਹੈਗੀ। ਪਰਮਾਤਮਾ ਜਿਹਨੇ ਸੰਸਾਰ ਬਣਾਇਆ, ਜਿਹਨੇ ਆਪਾਂ ਨੂੰ ਬਣਾਇਆ ਹੋਇਆ ਆ, ਉਹਦੀ ਬਾਣੀ ਨੇ ਉਹਦੇ ਨਾਲ ਹੀ ਪਿਆਰ ਪਾਉਣਾ ਹੈ, ਪਰਮਾਤਮਾ ਦੇ ਨਾਲ। ਸੱਚ ਹੈ ਪਰਮਾਤਮਾ। ਇਹ ਬਾਣੀ ਨੇ ਆਪਾਂ ਨੂੰ ਸੱਚ ਬਣਾਉਣ ਦੇ ਯੋਗ ਕਰ ਦੇਣਾ ਹੈ। ਆਪਣੇ ਅੰਦਰ ਬਾਣੀ ਨੇ ਖਿੱਚ ਪਾ ਦੇਣੀ ਹੈ, ਦ੍ਰਵਿਤ ਕਰ ਦੇਣਾ ਆਪਾਂ ਨੂੰ। ਆਹ ਬਾਣੀ ਦਾ ਕੰਮ ਹੈਗਾ। ਇਸ ਤੋਂ ਅੱਗੇ ਜਿਹੜਾ ਹੈਗਾ ਫਿਰ ਜੋ ਪ੍ਰੈਕਟੀਕਲ ਜੋ ਬਾਣੀ ਕਹਿ ਰਹੀ ਹੈ ਕਰਨ ਵਾਸਤੇ, ਉਹ ਆਪਾਂ ਕਰਾਂਗੇ ਤੇ ਆਪਾਂ ਇਸ ਖੇਡ ਨੂੰ ਜਿੱਤ ਪਾਵਾਂਗੇ। ਬਸ ਬਾਣੀ ਦਾ ਕੰਮ ਹੈਗਾ ਬਈ ਬਾਣੀ ਨੇ ਕਰਨਾ ਹੈ। ਆਪਾਂ ਨੂੰ ਜਿਹੜਾ ਹੈਗਾ ਆਪਾਂ ਨੂੰ ਸੱਚ ਦੇ ਬਾਰੇ ਜਾਣਕਾਰੀ ਦੇ ਦੇਣੀ ਹੈ। ਜੋ ਮਾਲਕ ਨੇ ਖੇਡ ਪਾਈ ਹੋਈ ਹੈ, ਇਹ ਖੇਡ ਦੇ ਬਾਰੇ ਪੂਰਾ ਦਾ ਪੂਰਾ ਚੰਗੀ ਤਰ੍ਹਾਂ ਆਪਾਂ ਨੂੰ ਜਾਣਕਾਰੀ ਦੇ ਦੇਣੀ ਹੈ। ਔਰ ਆਪਾਂ ਨੇ ਫਿਰ ਜਿਹੜਾ ਹੈਗਾ, ਕਿਉਂਕਿ ਆਪਾਂ ਨੇ ਜਿਹੜਾ ਹੈਗਾ ਆਪਣੇ ਅੰਦਰ ਵਿਵੇਕ ਬੁੱਧੀ ਬਾਣੀ ਨੇ ਪੈਦਾ ਕਰਨੀ ਹੈ। ਵਿਵੇਕ ਹੈ, ਇਹ ਗੁਰੂ ਦੀ ਮੱਤ ਹੈਗੀ ਆ। ਇਹਨੇ ਜਿਹੜਾ ਹੈਗਾ ਫਿਰ ਦ੍ਰਵਿਤ ਕਰਕੇ ਆਪਾਂ ਨੂੰ ਭਗਤੀ ਵੱਲ ਨੂੰ ਲਾ ਦੇਣਾ ਹੈ। ਬਸ ਆਹ ਗੱਲ ਹੈਗੀ ਆ। ਤੇ ਇੱਕ ਸ਼ਬਦ ਲਵਾਂਗੇ ਆਪਾਂ, ਉਸ ਤੋਂ ਬਾਅਦ ਜਿਹੜੇ ਹੈਗੇ ਆ ਪ੍ਰੈਕਟੀਕਲ ਦੇ ਬਾਰੇ ਜਿਹੜਾ ਹੈਗਾ ਕਬੀਰ ਜੀ ਜਿਹੜੇ ਹੈਗੇ ਇੱਕ ਪੰਜਵੇਂ ਪਾਤਸ਼ਾਹੀ ਦੇ 3 ਸ਼ਬਦ ਲਵਾਂਗੇ ਅੱਜ। ਇਸ ਦੇ ਵਿੱਚ ਦੇਖਦੇ ਹਾਂ ਆਪਾਂ ਜਿਹੜੇ ਹੈਗੇ ਆਪਣੇ ਕੋਲ 30-40 ਮਿੰਟ ਹੈਗੇ ਆ, ਤੇ ਫਿਰ ਉਸ ਤੋਂ ਬਾਅਦ ਫਿਰ ਆਪਾਂ ਕੰਟੀਨਿਊ ਕਰਾਂਗੇ ਉਹ ਦੂਸਰੀ ਜਿਹੜੀ ਹੈਗੀ ਕਥਾ। ਬਿਲਾਵਲ ਮਹੱਲਾ 5ਵਾਂ ਅੰਗ 801 ਹੈਗਾ। ਬਿਲਾਵਲ ਮਹੱਲਾ 5ਵਾਂ। ਸਰਬ ਕਲਿਆਣ ਕੀਏ ਗੁਰਦੇਵ, ਸਰਬ ਕਲਿਆਣ ਕੀਏ ਗੁਰਦੇਵ। ਕਹਿੰਦੇ ਗੁਰਦੇਵ ਨੇ ਸਾਰੇ ਕਲਿਆਣ ਕਰ ਦਿੱਤੇ। ਮੇਰੇ ਗੁਰੂ ਨੇ ਮੈਨੂੰ ਮੇਰੇ ਸਾਰੇ ਕਲਿਆਣ ਕਰ ਦਿੱਤੇ। ਮੇਰਾ ਜਨਮਾਂ ਦਾ ਜਿਹੜਾ ਹੈਗਾ ਮੈਂ ਭਟਕ ਰਿਹਾ ਸੀਗਾ, ਮੈਨੂੰ ਪਤਾ ਹੀ ਨਹੀਂ ਸੀਗਾ ਮੈਂ ਕਰਨਾ ਕੀ ਹੈਗਾ। ਮਨੁੱਖ ਜੂਨ ਪਾਉਂਦਾ ਸੀਗਾ ਔਰ ਮਨੁੱਖ ਜੂਨ ਜਿਹੜੀ ਹੈਗੀ ਅਜਾਈ ਗਵਾ ਦਿੰਦਾ ਸੀਗਾ। ਇਹ ਜੋ ਖੇਡ ਪਾਈ ਹੋਈ ਹੈ ਮਾਲਕ ਨੇ ਜਿਹੜਾ ਹੈਗਾ, ਇਹਦੇ ਵਿੱਚ ਜਿਹੜਾ ਹੈਗਾ ਮੈਂ ਸਿਰਫ ਜਿਹੜਾ ਹੈਗਾ ਮੈਟਰ ਪਦਾਰਥ ਆਕਾਰ ਇਹਦੇ ਨਾਲ ਹੀ ਲੱਗ ਕੇ ਔਰ ਜਿਹੜਾ ਹੈਗਾ ਮੈਂ ਸੁੱਤਾ ਹੋਏ ਜਿਹੜਾ ਹੈਗਾ ਮੇਰਾ ਜਨਮ ਲੰਘ ਜਾਂਦਾ ਸੀ। ਸੁੱਤੇ ਹੋਏ ਦਾ ਮਤਲਬ ਹੈਗਾ ਆਤਮਿਕ ਰੂਪ 'ਚ ਸੁੱਤੇ ਹੋਏ। ਆਪਾਂ ਕੌਣ ਹੈਗੇ ਆ? ਉਹ ਮਾਲਕ ਪਰਮਾਤਮਾ ਦੇ ਬਾਰੇ, ਆਪਣੇ ਬਾਰੇ, ਇਸ ਸੰਸਾਰ ਦੇ ਬਾਰੇ ਕੋਈ ਪਤਾ ਨਹੀਂ ਸੀਗਾ। ਮੇਰੇ ਗੁਰੂ ਨੇ ਸਾਰਾ ਕਲਿਆਣ ਕਰ ਦਿੱਤਾ ਮੇਰੇ ਉੱਤੇ। ਮੇਰਾ ਇੰਨਾ ਫਾਇਦਾ ਕਰ ਦਿੱਤਾ ਨਾ, ਬਸ ਕਹਿ ਨਹੀਂ ਸਕਦੇ। ਸਰਬ ਕਲਿਆਣ ਕੀਏ ਗੁਰਦੇਵ। ਕੀ ਕੀਤਾ? ਸੇਵਕ ਆਪਣੀ ਲਾਇਓ ਸੇਵ। ਗੁਰੂ ਨੇ ਕਰ ਦਿੱਤਾ। ਸੇਵਕ ਜਿਹੜਾ ਹੈਗਾ ਉਹ ਸੇਵਾ 'ਚ ਲਾ ਦਿੱਤਾ, ਜਿਹੜੀ ਸੇਵਾ ਗੁਰੂ ਕਰਵਾਉਣਾ ਚਾਹੁੰਦੇ ਆ। ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਆ। ਆਹ ਸੇਵਾ ਹੈਗੀ ਆ, ਆਹ ਕੰਮ ਹੈਗਾ। ਇੱਥੇ ਸਵਾਸ ਲਾਉਣੇ ਆ ਤੂੰ। ਸੇਵਕ ਆਪਣੀ ਲਾਇਓ ਸੇਵ। ਕਿਹੜੀ ਸੇਵਾ? ਵਿਗਨ ਨਾ ਲਾਗੈ ਜਪ ਅਲਖ ਅਭੇਵ। ਆਹ ਸੇਵਾ ਕਹਿੰਦੇ ਇਹਦੇ 'ਚ ਵਿਗਨ ਲੱਗਦਾ ਹੀ ਨਹੀਂ ਹੈ। ਤੈਨੂੰ ਵਿਗਨ ਕੀ ਹੈਗਾ? ਵਿਗਨ ਹੈਗਾ ਆਪਾਂ ਨੂੰ। ਦੇਖੋ ਇਹ ਸੰਸਾਰ ਦੇ ਵਿੱਚ ਆਏ, ਦੇਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਮਾਇਆ ਜਿਹੜੀ ਹੈਗੀ, ਇਹ ਆਪਾਂ ਨੇ ਵਿਗਨ ਪਾ ਕੇ ਆਪਾਂ ਨੂੰ ਜਿਹੜਾ ਹੈਗਾ ਰੋਕ ਲਿਆ। ਆਪਾਂ ਨੂੰ ਯਾਤਰਾ ਦੇ ਉੱਤੇ ਖੜੇ ਹੋ ਗਏ। ਆਪਾਂ ਤਾਂ ਮਾਈਨਸ ਹੋ ਰਹੇ ਹਾਂ। ਆਪ ਵਿਗਨ ਹੈ। ਕਿੰਨਾ ਜ਼ਬਰਦਸਤ ਤਾਂ ਵਿਗਨ ਲਾ ਰਹੀ ਹੈ ਮਾਇਆ। ਵਿਗਨ ਨਾ ਲਾਗੈ ਜਪ ਅਲਖ ਅਭੇਵ। ਉਹ ਅਲਖ ਨਹੀਂ ਦਿਸਦਾ, ਜਿਹਦਾ ਰੂਪ ਰੰਗ ਰੇਖ ਨਹੀਂ ਹੈਗਾ, ਉਹਨੂੰ ਜਪਣਾ ਹੈ ਭਾਈ। ਦੇਖੋ ਉਹਨੂੰ ਯਾਦ ਕਰਨਾ ਹੈ। ਅਭੇਵ ਜਿਹਦਾ ਕਿ ਭੇਦ ਹੀ ਨਹੀਂ ਪਾਇਆ ਜਾ ਸਕਦਾ। ਅਭੇਵ
ਉਹ ਉਸ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਆਪਾਂ ਨੇ ਜਿਹਦਾ ਕੋਈ ਜਿਹੜਾ ਹੈਗਾ ਕੋਈ ਵੇਅਰ ਅਬਾਊਟ ਕੁਛ ਪਤਾ ਨਹੀਂ ਲੱਗਦਾ, ਉਸ ਮਾਲਕ ਪਰਮਾਤਮਾ ਨੂੰ ਜਪਣਾ ਜਿਹੜਾ ਹੈਗਾ ਇਹ ਜਿਹੜਾ ਹੈਗਾ ਔਖਾ ਕੰਮ ਹੈ। ਜਿਹਨੂੰ ਆਪਾਂ ਜਾਣਦੇ ਹੀ ਨਹੀਂ ਹੈ, ਜਿਹਦੇ ਬਾਰੇ ਕੋਈ ਦਿਸਦਾ ਹੀ ਨਹੀਂ ਹੈ, ਉਹਨੂੰ ਕਿਵੇਂ ਯਾਦ ਕਰ ਲਾਂਗੇ ਆਪਾਂ। ਇਹ ਤਾਂ ਬਹੁਤ ਜਿਹੜੀ ਹੈ ਖੰਨਿਆ ਤਿੱਖੀ ਗੱਲ ਹੈ ਨਾ, ਬਹੁਤ ਬਰੀਕੀ ਹੈਗੀ ਇਹਦੇ ਵਿੱਚ। ਤਰਤ ਪੁਨੀਤ ਭਈ ਗੁਣ ਗਾਏ, ਆਪਾਂ ਕੀ ਕਰ ਰਹੇ ਹਾਂ, ਗੁਣ ਗਾ ਰਹੇ ਹਾਂ। ਕਹਿੰਦੇ ਇਹਦੇ ਨਾਲ ਜਿਹੜਾ ਹੈਗਾ ਤੇਰੇ ਅੰਦਰ ਪਵਿੱਤਰਤਾ ਆ ਜਾਏਗੀ, ਤੂੰ ਪੁਨੀਤ ਹੋ ਜਾਏਗਾ। ਪੁਨੀਤ ਕਹਿੰਦੇ ਜਿਹੜਾ ਪੁੰਨ ਕਰਦਾ, ਤੂੰ ਜਿਹੜਾ ਹੈਗਾ ਇਸ ਤੋਂ ਇਹ ਜਿਹੜਾ ਹੈਗਾ ਤੈਨੂੰ ਬਾਣੀ ਪਰਮਾਤਮਾ ਦਾ ਭੈ ਦਊਗੀ ਬਾਣੀ। ਇਹਦੇ ਨਾਲ ਧਰਤ ਕੀ ਆਪਣਾ ਸਰੀਰ ਆਪਾਂ ਧਰਤੀ ਹੈਗੇ ਆ। ਕਹਿੰਦੇ ਪੁਨੀਤ ਹੋ ਜਾਏਗੀ ਭਾਈ ਜੇ ਤੂੰ ਗੁਣ ਗਾਏਗਾ। ਗੁਣ ਗਾਉਣੇ ਕੀ ਹੈਗੇ? ਗੁਣ ਗਾਉਣੇ ਹੈਗੇ ਭਾਈ ਜੇ ਬਾਣੀ ਨੂੰ ਜਿਹੜਾ ਹੈਗਾ ਗੁਣ ਗਾਉਣੇ ਕੀ, ਕੋਈ ਚੀਜ਼ ਨੂੰ ਗਾਓ, ਬਾਰ-ਬਾਰ ਰਿਪੀਟ ਕਰੋ, ਬਾਰ-ਬਾਰ ਆਪਣੇ ਗੁਣਗੁਣਾਓ ਆਪਣੇ ਅੰਦਰ, ਤੇ ਉਹ ਆਪਣੇ ਅੰਦਰ ਹਿਰਦੇ ਤੱਕ ਬੈਠ ਜਾਂਦੀ ਹੈ। ਇਹ ਇਸ ਕਰਕੇ ਬਾਣੀ ਨੂੰ ਗਾਉਣਾ ਹੈਗਾ ਆਪਾਂ ਨੂੰ, ਇਸ ਕਰਕੇ ਰਾਗਾਂ ਦੇ ਵਿੱਚ ਬਾਣੀ ਦਿੱਤੀ ਹੋਈ ਹੈ ਮਹਾਰਾਜ ਨੇ। ਇਹ ਬਾਣੀ ਨੂੰ ਜਿਹੜਾ ਹੈਗਾ ਗਾਉਣਾ ਹੈਗਾ, ਇਹ ਗੁਣ ਪਰਮਾਤਮਾ ਦੇ ਗੁਣ, ਇਹਦੇ ਵਿੱਚ ਪਰਮਾਤਮਾ ਦੇ ਗੁਣ ਪਏ ਹੋਏ, ਇਹ ਗੁਣ ਆਪਣੇ ਅੰਦਰ ਆਉਣਗੇ, ਆਪਾਂ ਨੂੰ ਪਤਾ ਲੱਗੂਗਾ ਆਹ ਗੁਣ ਹੈ ਭਾਈ, ਸਤ, ਸੰਤੋਖ, ਦਇਆ, ਧਰਮ, ਧੀਰਜ, ਆਹ ਗੁਣ ਆ ਆਪਣੇ ਅੰਦਰ, ਇਹ ਗੁਣ ਲੈਣੇ ਆ ਆਪਾਂ ਨੇ। ਤਰਤ ਪੁਨੀਤ ਭਈ ਗੁਣ ਗਾਏ, ਦੁਰਤ ਗਿਆ ਹਰ ਨਾਮ ਧਿਆਏ। ਕਹਿੰਦੇ ਦੁਰਤ ਜਿਹੜਾ ਹੈਗਾ, ਭੈੜੀ ਮੱਤ ਜਿਹੜੀ ਹੈਗੀ ਆ, ਉਹ ਜਿਹੜੀ ਹੈਗੀ ਆ ਪਰਮੇਸ਼ਰ ਦਾ ਨਾਮ ਜਿਹੜਾ ਹੈਗਾ ਧਿਆਨ ਦੇ ਨਾਲ ਜਿਹੜੀ ਹੈਗੀ ਜਾਏਗੀ। ਭੈੜੀ ਮੱਤ ਜਿਹੜੇ ਹੈਗੇ, ਤੇਰੇ ਸੰਸਕਾਰ ਜਿਹੜੇ ਹੈਗੇ, ਇਹ ਬਾਣੀ ਜਿਹੜੀ ਹੈਗੀ ਆ ਇਹ ਪੁਨੀਤ ਕਰ ਦੇਗੀ ਤੈਨੂੰ, ਹਾਲ ਦੀ ਘੜੀ ਤੈਨੂੰ ਜਿਹੜਾ ਹੈਗਾ ਦ੍ਰਵਿਤ ਕਰ ਦੇਗੀ। ਪਰ ਜੇ ਤੂੰ ਚਾਹੁੰਦਾ ਹੈ ਕਿ ਆਪਣਾ ਜਿਹੜਾ ਹੈਗਾ ਪਰਮਾਨੈਂਟ ਜਿਹੜਾ ਹੈਗਾ ਤੇ ਤੂੰ ਜਿਹੜਾ ਹੈਗਾ ਭੈੜੀ ਮੱਤ ਦੂਰ ਕਰਨਾ ਚਾਹੁੰਦਾ ਹੈ, ਤੇ ਭਾਈ ਨਾਮ ਧਿਆ ਕੇ ਹੋਏਗੀ, ਉਹ ਧਿਆਨ ਦੇ ਵਿੱਚ ਹੋਏਗੀ। ਉਹ ਡਿਲੀਸ਼ਨ ਜਿਹੜੀ ਆ ਤੇਰੇ ਹਾਰਡ ਡਰਾਈਵ ਜਿਹੜੀ ਇਨਰ ਕੋਰ ਹੈਗੀ ਆ, ਜਿਹੜੀ ਤੇਰਾ ਹਿਰਦਾ ਜਿੱਥੇ ਸੰਸਕਾਰ ਪਏ ਹੋਏ ਆ, ਉਹਨਾਂ ਨੂੰ ਉਹ ਮਿਟਣਗੇ। ਦੁਰਤ ਗਿਆ ਹਰ ਨਾਮ ਧਿਆਏ, ਉਹ ਧਿਆਨ ਦੇ ਨਾਲ ਮਿਟਣਗੇ, ਧਿਆਨ ਦੇ ਨਾਲ ਮਿਟਣਗੇ। ਸਭਨੀ ਥਾਈ ਰਵਿਆ ਆਪ, ਉਹ ਮਾਲਕ ਪਰਮਾਤਮਾ ਹਰ ਜਗ੍ਹਾ ਤੇ ਰਵਿਆ ਹੋਇਆ ਹੈ, ਫਿਰ ਨਜ਼ਰ ਆਏਗਾ। ਉਹ ਮਾਲਕ ਹਰ ਜਗ੍ਹਾ ਤੇ ਆਪਾਂ ਨੂੰ ਨਹੀਂ ਨਜ਼ਰ ਆਉਂਦਾ, ਆਪਾਂ ਨੂੰ ਤਾਂ ਆਪਣੇ ਅੰਦਰ ਹੀ ਨਜ਼ਰ ਨਹੀਂ ਆਉਂਦਾ। ਆਪਾਂ ਤਾਂ ਜਿਹੜੇ ਹੈਗੇ ਪੂਰੇ ਜਿਹੜੇ ਹੈਗੇ ਕਿਸੇ ਨੂੰ ਹਰਟ ਕਰਨਾ ਹੈ, ਕਿਸੇ ਨਾਲ ਠੱਗੀ ਮਾਰਨੀ ਆ, ਤੇ ਆਪਾਂ ਤਾਂ ਪੂਰੀ ਤਰ੍ਹਾਂ ਬਿਲਕੁਲ ਜਿਹੜਾ ਹੈਗੇ ਓਪਨ ਹੈ, ਆਪਾਂ ਨੂੰ ਤਾਂ ਕੋਈ ਡਰ ਹੀ ਨਹੀਂ ਹੈਗਾ। ਆਪਾਂ ਤਾਂ ਸਮਝਦੇ ਮੈਂ ਇਕੱਲਾ ਹੈਗਾ। ਆਪਣੀ ਆਤਮਾ ਤਾਂ ਪੂਰੀ ਵਿਟਨੈਸ ਹੈ, ਉਹ ਤਾਂ ਉੱਥੇ ਧਰਮਰਾਜ ਦੀ ਕਚਹਿਰੀ ਦੇ ਵਿੱਚ ਪੂਰਾ ਸੱਚ ਬੋਲ ਦਿੰਦੀ ਹੈ, ਭਾਈ ਇਹਨੇ ਆਹ ਸਾਰਾ ਕੁਝ ਕੀਤਾ, ਮੇਰੇ ਸਾਹਮਣੇ ਕੀਤਾ ਇਹਨੇ। ਸਭਨੀ ਥਾਈ ਰਵਿਆ ਆਪ, ਆਦ ਜੁਗਾਦ ਜਾ ਕਾ ਬੜ ਪ੍ਰਤਾਪ। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਆਦ ਤੋਂ ਹੈਗਾ, ਜੁਗਾਂ ਦੇ ਵੀ ਆਦ ਤੋਂ ਹੈਗਾ, ਉਹਦਾ ਵੱਡਾ ਪ੍ਰਤਾਪ ਆ ਭਾਈ, ਵੱਡਾ ਪ੍ਰਤਾਪ ਆ। ਇਹੋ ਜਿਹੀ ਦੁਨੀਆ ਕੋਈ ਬਣਾ ਕੇ ਤਾਂ ਦਿਖਾਏ ਨਾ, ਕਿੰਨੇ ਪਲੈਨਟਸ ਹੈਗੇ, ਕਿੰਨੀਆਂ ਵੱਡੀ ਗਲੈਕਸੀ ਹੈ, ਪਤਾ ਹੀ ਨਹੀਂ ਲੱਗਦਾ ਕੁਛ ਵੀ। ਇੰਨਾ ਵੱਡਾ ਮਾਲਕ ਪਰਮਾਤਮਾ, ਉਹ ਬੰਦਾ ਥੋੜੀ ਨਾ ਹੈਗਾ ਕੋਈ। ਗੁਰ ਪ੍ਰਸਾਦ ਨਾ ਹੋਏ ਸੰਤਾਪ। ਕਹਿੰਦੇ ਭਾਈ ਦੇਖ, ਇਹ ਗੁਰੂ ਦੇ ਨਾਲ ਲੱਗ, ਗੁਰੂ ਦਾ ਪ੍ਰਸਾਦ ਲੈ, ਜੋ ਗੁਰੂ ਕਹਿ ਰਿਹਾ, ਜੋ ਗਿਆਨ ਕਹਿ ਰਿਹਾ, ਉਸ ਤਰੀਕੇ ਦੇ ਨਾਲ ਚੱਲ, ਤੇ ਸੰਤਾਪ ਨਹੀਂ ਹੋਏਗਾ ਪਿਆਰਿਆ, ਸੰਤਾਪ ਨਹੀਂ ਹੋਏਗਾ, ਬਚ ਜਾਏਗਾ। ਨਹੀਂ ਤਾਂ ਜਿਹੜਾ ਹੈਗਾ ਤੈਨੂੰ ਸੰਤਾਪ ਜਿਹੜਾ ਹੈਗਾ, ਤੈਨੂੰ ਦੁੱਖ ਜਿਹੜਾ ਹੈਗਾ, ਤੈਨੂੰ ਜਿਹੜਾ ਹੈਗਾ ਸਾੜਾ ਜਿਹੜਾ ਹੈਗਾ, ਇਹ ਲੱਗਣਾ ਹੀ ਲੱਗਣਾ ਹੈ। ਗੁਰ ਕੇ ਚਰਨ ਲਗੇ ਮਨ ਮੀਠੇ, ਗੁਰੂ ਦੇ ਚਰਨ, ਗੁਰੂ ਦੇ ਚਰਨ ਹੈ, ਆਪਾਂ ਗੁਰੂ ਦਾ ਗਿਆਨ ਹੈ, ਗੁਰੂ ਦੇ ਚਰਨਾਂ 'ਚ ਲੱਗ ਗਏ ਆਪਾਂ ਨੂੰ ਮਿੱਠਾ ਲੱਗਣ ਲੱਗ ਗਿਆ। ਮਿੱਠਾ ਲੱਗ ਰਿਹਾ ਗੁਰੂ ਦਾ ਗਿਆਨ। ਨਿਰਵਿਘਨ ਹੋਏ ਸਭ ਥਾਈਂ ਉੱਠੇ। ਔਰ ਫਿਰ ਕੀ ਹੁੰਦਾ ਹੈ, ਜਦ ਗੁਰੂ ਦਾ ਪੈ ਆ ਗਿਆ, ਗੁਰੂ ਦੇ ਚਰਨ ਆਪਣੇ ਅੰਦਰ ਵਸ ਗਏ, ਇਹ ਬਾਣੀ ਦਾ ਪੈ ਆ ਗਿਆ ਆਪਣੇ ਅੰਦਰ, ਪਰਮਾਤਮਾ ਦਾ ਪੈ ਆ ਗਿਆ, ਤੇ ਫਿਰ ਕਿਤੇ ਮਰਜੀ ਚਲੇ ਜਾਓ, ਜਿੱਥੇ ਨੈਗੇਟਿਵਿਟੀ ਹੈ ਕਿਤੇ ਮਰਜੀ ਚਲੇ ਜਾਓ,
ਨਿਰਵਿਘਨ ਹੋਏ ਸਭ ਥਾਈਂ ਉੱਠੇ। ਹਰ ਜਗ੍ਹਾ ਤੇ ਆਨੰਦਿਤ ਰਵਾਂਗੇ ਆਪਾਂ। ਜੇ ਭੈ ਨਹੀਂ ਹੈਗਾ ਤੇ ਭਾਈ ਮੁਸ਼ਕਲ ਹੈਗੀ। ਸਭ ਸੁਖ ਪਾਏ ਸਤਿਗੁਰ ਤੁਠੇ। ਸਾਰੇ ਸੁਖ ਪ੍ਰਾਪਤ ਹੋ ਜਾਣਗੇ ਜੇ ਗੁਰੂ ਖੁਸ਼ ਹੋ ਜਾਏਗਾ। ਗੁਰੂ ਖੁਸ਼ ਹੁੰਦਾ ਹੈ ਉਸ ਦੇ ਉੱਤੇ। ਗੁਰੂ ਉਸਤਾਦ ਹੈ, ਗੁਰੂ ਜਿਹੜਾ ਹੈਗਾ ਆਪਣਾ ਟੀਚਰ ਹੈ, ਪਾਂਦਾ ਹੈ, ਇਹ ਖੁਸ਼ ਹੁੰਦਾ ਹੈ। ਜਿਹੜਾ ਸਟੂਡੈਂਟ ਜਿਹੜਾ ਹੈਗਾ ਗੁਰੂ ਦੀ ਗੱਲ ਮੰਨਦਾ ਹੈ। ਪਾਰ ਬ੍ਰਹਮ ਪ੍ਰਭ ਭੈ ਰਖਵਾਲੇ। ਬਸ ਆਪਾਂ ਗੁਰੂ ਦੀ ਗੱਲ ਮੰਨ ਲਈ ਤੇ ਮਾਲਕ ਪਰਮਾਤਮਾ ਆ ਗਿਆ ਆਪਣੇ ਜੀਵਨ ਦੇ ਵਿੱਚ, ਰਖਵਾਲਾ ਹੋ ਗਿਆ ਉਹ ਮਾਲਕ। ਫਿਰ ਮਾਲਕ ਦੇ ਉੱਤੇ, ਮਾਲਕ ਪੂਰੀ 100% ਮਾਲਕ ਦੇ ਉੱਤੇ ਗੱਡੀ ਚਲੇ ਜਾਂਦੀ। ਇੱਕ ਵਾਰੀ ਗੁਰੂ ਦੇ ਅਨੁਸਾਰ, ਗੁਰਮਤਿ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦਿਓ, ਮਾਲਕ ਪਰਮਾਤਮਾ ਉਸੇ ਵੇਲੇ ਸਾਰੇ ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣੇ ਸ਼ੈਲਟਰ ਦੇ ਵਿੱਚ ਹੁੰਦਾ ਹੈ। ਆਪਾਂ ਉਹਦੇ ਸ਼ੈਲਟਰ 'ਚ ਜਾਂਦੇ। ਪਾਰ ਬ੍ਰਹਮ ਪ੍ਰਭ ਭੈ ਰਖਵਾਲੇ। ਜਿੱਥੇ ਕਿੱਥੇ ਦੀਸੇ ਨਾਲੇ। ਜਿੱਥੇ ਕਿੱਥੇ ਕਹਿੰਦੇ ਹੁਣ ਜਿੱਥੇ ਮਰਜੀ ਜਾਂਦਾ ਮਾਲਕ ਪਰਮਾਤਮਾ ਨਾਲ ਆ, ਦਿਸਦਾ ਹੈ, ਪਤਾ ਲੱਗਦਾ ਹੈ। ਨਾਨਕ ਦਾਸ ਖਸਮੇ ਪ੍ਰਤਪਾਲੇ। ਉਹ ਖਸਮ ਇਸ ਤਰ੍ਹਾਂ ਪ੍ਰਤਪਾਲਨਾ ਕਰਦਾ ਹੈ ਭਾਈ। ਜਿਉਂਦੇ ਜਾਗਦੇ ਆ ਕੰਮ ਕਰਨਾ ਹੈ ਆਪਾਂ ਨੇ। ਹੁਣੇ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਇਹ ਸ਼ਬਦ ਸਟਾਰਟ ਹੁੰਦਾ ਸੀਗਾ, ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ, ਬਿਗਨ ਨਾ ਲਾਗੈ ਜਪ ਅਲਖ ਅਭੇਵ। ਆ ਜਿਹੜਾ ਹੈਗਾ ਇਹ ਪ੍ਰੈਕਟੀਕਲ ਹੈਗਾ ਭਾਈ। ਇਹ ਕਿਹੜੀ ਸੇਵਾ ਹੈਗੀ, ਇਹ ਕਿਸ ਤਰ੍ਹਾਂ ਕਰਨੀ ਹੈ ਸੇਵਾ। ਆ ਭਾਈ ਆਪਾਂ 2 ਸ਼ਬਦ ਹੋਰ ਲਵਾਂਗੇ, ਨਾਲ ਜਿਹੜੀ ਹੈਗੀ ਆਪਾਂ ਕੋਸ਼ਿਸ਼ ਕਰਾਂਗੇ ਬਈ ਇਹ ਕੰਮ ਕਰ ਸਕੀਏ। ਵਾਹਿਗੁਰੂ ਜੀ, ਇੱਕ ਸਵਾਲ ਪੁੱਛਣਾ। ਵੈਰੀ ਸੌਰੀ, ਮਾਫੀ ਮੰਗਦੀ ਸਾਰਿਆਂ ਕੋਲ। ਨਹੀਂ, ਟਾਈਮ ਬਹੁਤ ਆਪਣੇ ਕੋਲ ਨਾ 20 ਮਿੰਟਸ ਹੈਗੇ। ਹਾਂ ਪਲੀਜ਼, ਟਾਈਮ ਬਹੁਤ ਥੋੜਾ, ਫਿਰ ਨੈਕਸਟ ਕਲਾਸ ਸ਼ੁਰੂ ਹੋ ਜਾਏਗੀ ਤੇ ਤੁਸੀਂ ਕੁਇਕ ਬੋਲ ਦਿਓ। ਜਿਹੜੀ ਕਹਿੰਦੇ ਨਾ ਉਹ ਗੱਲ ਸ਼ੁਕਰਾਂਦਿਆ ਜੀ, ਫਿਰ ਇਹ ਮਸਿਆ ਜੀ, ਫਿਰ ਇਹ ਆਹ ਜੀ, ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰੇ ਜਾਣਾ ਅਤੀ ਜ਼ਰੂਰੀ ਹੈ ਜੀ? ਨਹੀਂ, ਤੁਸੀਂ ਕਿੱਥੋਂ ਦੀਆਂ ਗੱਲਾਂ ਕਰ ਰਹੇ ਹੋ ਜੀ? ਕਾਹਦੇ ਵਾਸਤੇ ਜਿਹੜਾ ਹੈਗਾ ਇਹ ਚੀਜ਼ਾਂ ਨੂੰ ਕਿਉਂ ਛੇੜ ਰਹੇ ਹੋ? ਇਹ ਜਿਹੜਾ ਹੈਗਾ ਇਹ ਅਦਰ ਸਾਈਡ ਆ। ਇਹ ਜਿਹੜਾ ਹੈਗਾ ਰੱਬ ਵਾਲੇ ਰਸਤੇ ਤੋਂ ਅਲੱਗ ਚੀਜ਼ ਹੈਗੀ ਆ। ਇਹ ਨਹੀਂ ਜ਼ਰੂਰੀ ਹੈਗਾ ਕੁਛ ਵੀ। ਹਰ ਰੋਜ਼ ਜ਼ਰੂਰੀ ਹੈਗਾ, ਹਰ ਰੋਜ਼ ਜ਼ਰੂਰੀ ਹੈਗਾ। ਇਹ ਭਗਤੀ ਹਰ ਰੋਜ਼ ਹੈ। ਭਗਤੀ ਆਪਣੇ ਜੀਵਨ 'ਚ ਲੈ ਕੇ ਆਉਣਾ ਹੈ। ਇਹ ਟੌਪ ਪ੍ਰਾਇਰਟੀ ਹੈਗੀ। ਠੀਕ ਹੈ ਜੀ। ਹਾਂ, ਅਸੀਂ ਲੈ ਰਹੇ ਜੀ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਹੈਗਾ 201 ਅੰਗ ਦੇ ਉੱਤੇ, ਗੌੜੀ ਮਹੱਲਾ 5ਵਾਂ। ਹੁਣ ਭਗਤੀ ਕਰਨੀ ਆ। ਥਿਰ ਘਰੇ ਬੈਸੋ ਹਰ ਜਨ ਪਿਆਰੇ। ਆ ਲਓ ਕੀ ਕਹਿ ਰਹੀ ਬਾਣੀ। ਤੁਹਾਡਾ ਜਵਾਬ ਤਾਂ ਇੱਥੇ ਉਸੇ ਵੇਲੇ ਆ ਗਿਆ। ਦੇਖੋ ਕੀ ਕਹਿ ਰਹੀ ਹੈ ਬਾਣੀ। ਥਿਰ ਘਰੇ ਬੈਠੋ ਹਰ ਜਨ ਪਿਆਰੇ। ਕਹਿੰਦੇ ਆਪਣੇ ਘਰ ਦੇ ਅੰਦਰ ਬੈਠ। ਪਲੀਜ਼ ਅੰਗ ਬੋਲ ਦੋ ਫਿਰ ਜੀ। 201। ਇਹ ਤਾਂ ਬਹੁਤ ਸ਼ਬਦ ਯਾਦ ਹੋਣਾ ਸਾਧ ਸੰਗਤ ਨੂੰ। ਥਿਰ ਘਰੇ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੇ ਰਾੜੇ ਦੀ ਸਿਆਰੀ ਹੈਗੀ। ਘਰ ਨੂੰ ਵੀ ਸਿਆਰੀ ਲੱਗੀ ਹੋਈ ਹੈ। ਘਰ ਦੇ ਵਿੱਚ ਬੈਠ, ਆਪਣੇ ਅੰਦਰ ਵੜ। ਘਰ ਕੀ ਹੈਗਾ? ਆ ਸਰੀਰ। ਇਹਦੇ ਅੰਦਰ ਕਿਵੇਂ ਵੜਨਾ ਹੈ? ਆਪਣੀ ਸੁਰਤ ਬਾਹਰ ਜਾ ਰਹੀ ਹੈ। ਆਪਾਂ ਵਿਚਾਰ ਲੈ ਰਹੇ ਹਾਂ, ਇਹ ਬਾਹਰ ਚਲੇ ਗਏ। ਆਪਾਂ ਬਾਹਰ ਦੁਨੀਆ ਦੇ ਵਿਚਾਰ ਆ ਰਹੇ ਆ, ਸਾਰੇ ਦੇ ਸਾਰੇ ਜਿਹੜੇ ਹੈਗੇ ਉਹਦੇ ਨਾਲ ਆਪਾਂ ਜੁੜੇ ਪਏ ਹਾਂ। ਸਵੇਰ ਤੋਂ ਸ਼ਾਮ ਤਾਈਂ, ਸੌਣ ਵੇਲੇ ਤੱਕ। ਫਿਰ ਰਾਤ ਨੂੰ ਵੀ ਜਿਹੜੇ ਹੈਗੇ ਉਹੀ ਵਿਚਾਰ ਜਿਹੜੇ ਹੈਗੇ, ਫਿਰ ਉਹੀ ਪਤੰਗਾਂ ਆ ਜਾਂਦੀਆਂ ਰਾਤ ਨੂੰ ਵੀ, ਸੁੱਤੇ ਪਏ ਸੁਪਨੇ ਦੇ ਰੂਪ ਦੇ ਵਿੱਚ। ਥਿਰ ਕਰੇ ਬੈਸੋ ਹਰ ਜਨ ਪਿਆਰੇ। ਹੇ ਹਰੀ ਦੇ ਜਨ, ਤੂੰ ਭਗਤੀ ਕਰਨਾ ਚਾਹੁੰਦਾ ਹੈਗਾ ਆ ਤੇ ਦੇਖ ਆਹ ਕੰਮ ਕਰਨਾ ਪਊਗਾ। ਥਿਰ ਕਰਕੇ ਮਨ ਨੂੰ ਥਿਰ ਕਰਨਾ ਪੈਣਾ ਹੈ ਔਰ ਆਪਣੇ ਅੰਦਰ ਵੜਨਾ ਪੈਣਾ ਹੈ। ਮਨ ਦੇ ਵਿੱਚ ਵੜਨਾ ਪੈਣਾ ਹੈ। ਸੁਰਤ ਨੇ ਵੜਨਾ ਹੈ ਮਨ ਦੇ ਵਿੱਚ। ਸਤਿਗੁਰੇ ਤੁਮਰੇ ਕਾਜ ਸਵਾਰੇ। ਕਹਿੰਦੇ ਸਤਿਗੁਰੂ ਨੇ ਤੇਰੇ ਕਾਜ ਸਵਾਰ ਤੇ ਤੇਰੇ ਅੰਦਰ ਜਿਹੜਾ ਹੈਗਾ ਭਗਤੀ ਕਰਨ ਦੀ ਇੱਛਾ ਜਾਗ ਪਈ ਹੈ। ਰਹਾਓ, ਤੂੰ ਹੁਣ ਹਰ ਜਨ ਹੋਣ ਵਾਲਾ ਹੈ। ਹਰੀ ਦਾ ਜਨ ਹੋ ਗਿਆ।
दुष्ट दूत परमेश्वरे मारे। बस तू थिर करके बैठना शुरू कर दे, तेरे दुष्ट दूत ਜਿਹੜੇ ਹੈਗੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਰਮੇਸ਼ਰ ਕਹਿੰਦੇ ਆਪ ਮਾਰ ਦੂਗਾ। ਉਹਨੇ ਤਾਂ ਪਾਏ ਹੋਏ ਆ, ਉਹਦੇ ਤਾਂ ਹੈਗੇ ਬਣਾਏ ਹੋਏ, ਉਹਦੇ ਤਾਂ ਪਾਲਤੂ ਹੈਗੇ ਸਾਰੇ ਦੇ ਸਾਰੇ। ਜਨ ਕੀ ਪੈਜ ਰੱਖੀ ਕਰਤਾਰੇ, ਉਹ ਕਰਤਾਰ ਨੇ ਜਨ ਦੀ ਪੈਜ ਰੱਖ ਲਈ। ਜਨ ਕੀ ਪੈਜ ਰੱਖੀ ਕਰਤਾਰੇ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਉਹ ਐਸਾ ਮਾਲਕ ਪਰਮਾਤਮਾ ਹੈ, ਦੇਖ ਲਓ, ਉਹਨੇ ਬਾਦਸ਼ਾਹ ਸ਼ਾਹ ਸਾਰੇ ਦੇ ਸਾਰੇ ਵਸ ਕਰ ਦਿੱਤੇ। ਕਿਹਦੇ ਵਸ ਕਰ ਦਿੱਤੇ? ਜਿਹੜਾ ਅਭਿਆਸੀ ਹੈਗਾ ਉਹਨੂੰ ਕਿਸੇ ਦੀ ਮੁਹਤਾਜਗੀ ਨਹੀਂ ਹੈਗੀ, ਭਾਵੇਂ ਕੋਈ ਬਾਦਸ਼ਾਹ ਹੈ, ਸ਼ਾਹ ਹੈ, ਜੋ ਮਰਜੀ ਦੁਨੀਆ ਦਾ। ਉਹ ਤਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ। ਕੋਟ ਲਾਖ ਸਰਬ ਕੋ ਰਾਜਾ। ਦੇਖੋ ਕੀ ਕਹਿ ਰਹੀ ਹੈ ਬਾਣੀ, ਸੇਮ ਚੀਜ਼। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ। ਉਹ ਥੋੜੀ ਨਾ ਕਿਸੇ ਤੋਂ ਡਰਦਾ ਹੈ, ਉਹ ਤਾਂ ਸਿਰ ਜਿਹੜਾ ਹੈਗਾ ਤਤੀਆਂ ਤਵੀਆਂ ਤੇ ਬੈਠ ਜਾਏਗਾ, ਭਾਈ ਸਿਰ ਦੇ ਦੇਗਾ, ਸੜ ਜਾਏਗਾ। ਦੇਖੋ ਕਿਸ ਤਰ੍ਹਾਂ ਜਿਹੜੇ ਹੈਗੇ ਆ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਕਹਿੰਦੇ ਅੰਮ੍ਰਿਤ ਨਾਮ, ਦੇਖੋ ਅੰਮ੍ਰਿਤ ਨਾਮ ਮਹਾਰਸ, ਇਹਨੂੰ ਮਹਾਰਸ ਕਹਿ ਰਹੀ ਹੈ ਬਾਣੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਨੂੰ ਪਾਉਣ ਵਾਲੇ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਇਹ ਬਾਣੀ ਮਾਲਕ ਪਰਮਾਤਮਾ ਦੀ ਆ ਰਹੀ ਹੈ। ਮਾਲਕ ਕਹਿੰਦਾ ਆ ਮੈਂ ਰਸ ਬਣਾਇਆ ਹੈ, ਆਇਆ ਮਹਾਰਸ। ਬਾਕੀ ਮੈਂ ਸਾਰਾ ਤੈਨੂੰ ਧੋਖਾ ਦੇਣ ਵਾਸਤੇ ਤੈਨੂੰ ਜਿਹੜਾ ਹੈਗਾ ਮੈਂ ਚੋਗਾ ਪਾਇਆ ਹੋਇਆ। ਬਸ ਮੱਛੀ ਨੂੰ ਫਸਾਉਣ ਵਾਸਤੇ ਮੈਂ ਜਿਹੜਾ ਹੈ ਗੰਡੋਏ ਪਾਏ ਹੋਏ। ਇਹ ਦੇਖ ਲਾ ਕਾਮ ਦਾ, ਹੋਰ ਜਿਹੜਾ ਹੈਗਾ ਅੱਖਾਂ ਦਾ, ਜਿਹੜਾ ਹੈਗਾ ਜੀਭ ਦਾ, ਜਿਹੜੇ ਕੰਨਾਂ ਦਾ, ਸਾਰੇ ਗੰਡੋਏ ਪਾਏ ਹੋਏ। ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ। ਕੀ ਕਰੋ? ਨਿਰਭਉ ਹੋਏ ਭਜੋ ਭਗਵਾਨ। ਨਿਰਭਉ ਹੋਏ ਭਜੋ ਭਗਵਾਨ। ਕਹਿੰਦੇ ਭਜਨ ਕਰੋ ਭਾਈ, ਨਿਰਭਉ ਹੋ ਜਾਓਗੇ, ਨਿਰਭਉ ਹੋ ਜਾਓ, ਕੋਈ ਫਿਕਰ ਨਹੀਂ ਹੈ। ਮਾਲਕ ਪਰਮਾਤਮਾ ਜਿਹਦੀ ਭਗਤੀ ਕਰ ਰਹੇ ਉਹਦੀ ਸ਼ੈਲਟਰ ਚਲੇ ਗਏ ਆਪਾਂ। ਸਾਧ ਸੰਗਤ ਮਿਲੇ ਕੀਨੋ ਦਾਨ। ਇਹ ਸਾਧ ਸੰਗਤ, ਇਹ ਗੁਰੂ ਦੀ ਸੰਗਤ ਜਿਹੜੀ ਹੈਗੀ ਆ, ਉੱਥੇ ਦਾਨ ਮਿਲਦਾ ਹੈ ਫ੍ਰੀ। ਸਾਧ ਸੰਗਤ ਮਿਲੇ ਕੀਨੋ ਦਾਨ, ਆ ਦਾਨ ਦੇਤਾ ਤੈਨੂੰ। ਨਿਰਭਉ ਹੋਏ ਭਜੋ ਭਗਵਾਨ। शरण परे प्रभ अंतर जामी, नानक ओट पकड़ी प्रभ स्वामी। कहते हुण तेरी शरण च आ गए, हे मालका, हे अंतर जामी, तू जानदा है मैं हुण तेरे हवाले हैं, जय जय भी हैगा मैं तेरे हवाले। मालक कहता मैनू तो कोई प्रॉब्लम ही नहीं है प्यारिया, तू सोचदा है मैं बड़ा पापी हैगा, मैं बड़े पाप कीते है मेरी जी, मैं तो बहुत इस तरह है, फलाना है टिमका। वो ये चीज़ां तो मैं बनाईआं सी, मैं पाईआं, ते ये तो मैं, मेरी गेम हैगी आ, ਮੈਨੂੰ ਤਾਂ ਤੇਰੇ ਪਾਪਾਂ ਨਾਲ ਕੋਈ ਫਰਕ ਪੈਂਦਾ ਨਹੀਂ ਹੈ। ਤੂੰ ਕਿਉਂ ਜਿਹੜਾ ਹੈਗਾ, ਤੂੰ ਜਿਹੜਾ ਇਸ ਰਸਤੇ ਤੇ ਆ ਗਿਆ, ਸਾਰਾ ਕੁਝ ਸਾਰਾ ਮੇਰੀ ਜ਼ਿੰਮੇਵਾਰੀ ਹੈ। ਬਸ ਤੂੰ ਜਿਹੜਾ ਹੈਗਾ ਪੂਰੀ ਤਰ੍ਹਾਂ ਮੇਰੇ ਵੱਲ ਸਮਰਪਿਤ ਹੋ ਜਾ। ਜਿਹੜਾ ਜੋ ਕੰਮ ਹੈਗਾ, ਆਹ ਕੰਮ ਜਿਹੜਾ ਹੈਗਾ ਪੂਰੀ ਸਾਵਧਾਨੀ ਦੇ ਨਾਲ ਪ੍ਰਭ ਕੀ ਉਸਤਤ ਕਰੋ ਸੰਤ ਮੀਤ। हे ਸੰਤੋ, हे ਮਿੱਤਰੋ, ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਸਾਵਧਾਨ ਏਕਾਗਰ ਚੀਤ। शरण परे अपने वालों कोई कसर ना रह जाए, अगे मालक दी मर्जी है भाई, अगे मालक दी मर्जी है। शरण परे प्रभ अंतर जामी, नानक ओट पकड़ी प्रभ स्वामी। आया मालक परमात्मा दी ओट, आया ओदा लड़ फड़ना, ओदा आसरा लेना। हुण किस तरह करना है? हुण आपां जिहड़े हैगे कबीर जी का शब्द लै रहे हैं। कबीर जी जिहड़े हैगे हुण आपां नूं जुगती दसणगे ध्यान सिमरन दी किवें करनी है। ये 334 ਤੇ 334 ਐਂਡ 335 ਗੌੜੀ ਰਾਗ ਦੇ ਵਿੱਚ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ।
ਇਹ ਸ਼ਬਦ ਲਵਾਂਗੇ ਆਪਾਂ। ਸੁਰਤ ਸਿਮਰਤ 2 ਸੱਸੇ ਤੇ 1 ਦੱਦਾ ਤੇ 1 ਕੱਕਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ। ਸੁਨ ਗੁਫਾ में ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਆ ਕੱਢ ਲੈਣਾ ਜੀ। ਸਭ ਅੰਗ ਦੁਬਾਰਾ ਦੱਸੋਗੇ ਪਲੀਜ਼? ਹਾਂਜੀ 334 334। ਇਹ ਜੀ ਇਹ ਹੁਣ ਜਿਹੜਾ ਹੈਗਾ ਆਪਾਂ ਨੂੰ ਪ੍ਰੈਕਟੀਕਲ ਜਿਹੜੀ ਹੈਗੀ ਕਬੀਰ ਜੀ ਜਿਹੜੇ ਹੈਗੇ ਆਪਾਂ ਨੂੰ ਪ੍ਰੈਕਟੀਕਲ ਕਰਨ ਦੀ ਯੁਕਤੀ ਦੇ ਰਹੇ ਆ। ਕਬੀਰ ਜੀ ਆਪਾਂ ਨੂੰ ਪ੍ਰੈਕਟੀਕਲ ਗਿਆਨ ਦੇ ਰਹੇ ਆ ਭਾਈ, ਉਹ ਆਪਾਂ ਨੇ ਲੈਣਾ ਹੈ। ਬਹੁਤ ਸਾਵਧਾਨੀ ਨਾਲ ਆ ਸ਼ਬਦ ਲੈਣਾ ਹੈ, ਕਿਉਂਕਿ ਇਹਦੇ ਵਿੱਚ ਪ੍ਰੈਕਟੀਕਲ ਕਿਵੇਂ ਕਰਨਾ ਹੈ। ਇਹ ਸਮੱਸਿਆ ਜਿਹੜੀ ਹੈਗੀ ਸਾਰਿਆਂ ਦੀ ਹੈਗੀ ਆ। ਇਹ ਸਮੱਸਿਆ ਇਹ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਇਹ ਗੁਰਬਾਣੀ ਦੇ ਅਨੁਸਾਰ, ਇਹ ਗੁਰਮਤਿ ਦੇ ਅਨੁਸਾਰ ਜਿਹੜਾ ਹੈਗਾ ਭਗਤੀ ਕਰਨੀ ਹੈ। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ। ਕਹਿੰਦੇ ਭਗਤੀ ਕਰਨੀ ਆ, ਦੇਖ ਪਹਿਲਾਂ ਤੇਰੀ ਸੁਰਤ ਚਾਹੀਦੀ ਹੈ। ਸੁਰਤ, ਸੁਰਤ ਕੀ ਹੈਗੀ? ਜਿਹੜੀ ਆਪਾਂ ਨੂੰ ਬਾਹਰ ਲੈ ਕੇ ਜਾਂਦੀ ਹੈ, ਜਿਹੜੀ ਆਪਾਂ ਵਿਚਾਰਾਂ ਦੀਆਂ ਇਹ ਪਤੰਗਾਂ ਦੇ ਨਾਲ ਜੋੜ ਦਿੰਦੇ ਆ। ਇੱਥੋਂ ਬੈਠੇ ਬੈਠੇ ਇੰਡੀਆ ਚਲੇ ਗਏ, ਇੱਥੋਂ ਤੋਂ 1 ਸੈਕਿੰਡ 'ਚ ਕਿਤੇ ਹੋਰ ਚਲੇ ਗਏ, ਕਿਤੇ ਕੁੜੀ ਕੋਲ, ਕਿਤੇ ਮੁੰਡੇ ਕੋਲ, ਕਿਤੇ ਦੇ ਘਰ, ਕਿਤੇ ਬਾਹਰ, ਕਿਤੇ ਕੁਛ। ਆਹ ਸੁਰਤ ਹੈਗੀ ਆਪਣੀ। ਕਹਿੰਦੇ ਇਹ ਸੁਰਤ ਚਾਹੀਦੀ ਆ ਭਾਈ ਜੇ ਤੂੰ ਭਗਤੀ ਕਰਨਾ ਚਾਹੁੰਦਾ ਹੈ। ਤੇ ਸਿਮਰਤ ਕਹਿੰਦੇ ਸਮਰਨ ਕਰਨਾ ਜਾਂ ਗਿਆਨ ਕਰ ਲਓ ਬਈ ਗਿਆਨ ਹੈਗਾ ਜਿਹੜਾ ਹੈਗਾ ਇਹ 2 ਮੁੰਦਰਾਂ ਚਾਹੀਦੇ। ਗਿਆਨ ਗੁਰੂ ਦਾ ਗਿਆਨ, ਗੁਰੂ ਦੇ ਗਿਆਨ ਦੇ ਅਨੁਸਾਰ, ਤੇ ਇਹ 2 ਮੁੰਦਰਾਂ ਪਾਉਣੀਆਂ ਹੈ ਕੰਨ ਦੇ ਵਿੱਚ। ਇਹ 2 ਮੁੰਦਾਂ ਚਾਹੀਦੀਆਂ ਆ ਜੇ ਤੈਨੂੰ ਜੋਗੀ ਬਣਾਉਣਾ, ਯੋਗ ਦੇਣਾ ਹੈ, ਪਰਮਾਤਮਾ ਦੇ ਨਾਲ ਤੈਨੂੰ ਮਿਲਾਉਣਾ ਹੈਗਾ, ਧਿਆਨ ਦੇ ਨਾਲ ਮਿਲਾਉਣਾ ਹੈ, ਧਿਆਨ ਸਿਮਰਨ ਕਰਨਾ, ਇਹ ਸਿਖਾਉਣਾ ਹੈਗਾ। ਇਹਦੇ ਵਿੱਚ ਗਿਆਨ ਚਾਹੀਦਾ ਹੈ ਤੇ ਤੇਰੀ ਸੁਰਤ ਚਾਹੀਦੀ ਹੈ। ਇਹ 2 ਮੁੰਦਰਾਂ ਪਾਉਣੀਆਂ ਪੈਣੀਆਂ ਤੈਨੂੰ। ਔਰ ਪਰਮਿਤ ਬਾਹਰ ਖਿੰਥਾ, ਇੱਕ ਗੋਦੜੀ ਜਿਹੜੀ ਹੈਗੀ ਆ ਉਹ ਪਰਮਾਤਮਾ ਜਿਹਦਾ ਤੂੰ ਭਗਤੀ ਕਰਨਾ ਜਾ ਰਿਹਾ, ਜਿਹਦੇ ਨਾਲ ਜਿਹਦਾ ਤੂੰ ਧਿਆਨ ਕਰਨਾ ਸ਼ੁਰੂ ਕਰਨ ਲੱਗਾ ਆ, ਉਹਦੀ ਕੋਈ ਪਰਮਿਤੀ ਨਹੀਂ ਹੈਗੀ, ਉਹਦੀ ਕੋਈ ਬਾਉਂਡਰੀ ਨਹੀਂ ਹੈਗੀ, ਉਹਦਾ ਤਾਂ ਅੰਤ ਹੀ ਨਹੀਂ ਪਾ ਸਕਦਾ ਕੋਈ। ਉਹ ਗੋਦੜੀ ਯਾਦ ਰੱਖ ਲਾ, ਆਹ ਚੀਜ਼ ਤੇਰੀ ਗੋਦੜੀ ਹੋਣੀ ਚਾਹੀਦੀ। ਉਹ ਮਾਲਕ ਤੇਰੇ ਨਾਲ ਹੈ, ਤੂੰ ਉਹਦੇ ਵਿੱਚ ਹੈਗਾ, ਉਹਨੂੰ ਧੋਖਾ ਨਹੀਂ ਦੇ ਸਕਦਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ। ਹੁਣ ਦੇਖ ਲਓ ਆਪਾਂ 2 ਚੀਜ਼ਾਂ ਆਪਣੇ ਕੋਲ, ਗਿਆਨ ਔਰ ਸੁਰਤ, ਜਾਂ ਸੁਰਤ ਹੈਗੀ ਆਪਣੇ ਕੋਲ। ਸਿਮਰਤ ਜੇ ਸਮਰਨ ਹੈਗਾ ਤੇ ਜਿਹੜਾ ਹੈਗਾ ਉਹ ਮਾਲਕ ਯਾਦ ਹੈ, ਆਪਾਂ ਨੂੰ ਭਗਤੀ ਕਰਨੀ ਹੈ। ਆਹ ਸਮਰਨ ਆਪਾਂ ਨੂੰ ਚੇਤਾ ਹੈਗਾ। ਚਿੱਤ, ਸੁਰਤ ਸੋਚ ਹੈਗੀ, ਸਿਮਰਤ ਜਿਹੜੀ ਹੈਗੀ ਚਿੱਤ ਹੈਗੀ ਆਪਣੀ। ਸੁਨ ਗੁਫਾ में ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਹਿੰਦੇ ਤੈਨੂੰ ਸੁੰਨ ਦੇ ਵਿੱਚ ਬੈਠਕ ਕਰਨੀ ਪੈਣੀ ਹੈ ਪਿਆਰਿਆ। ਸੁੰਨ ਗੁਫਾ ਦੇ ਵਿੱਚ ਬੈਠਣਾ ਪੈਣਾ ਹੈ। ਸੁੰਨ ਗੁਫਾ में ਆਸਣ ਬੈਸਣ, ਆਸਣ ਕਰਨਾ ਪੈਣਾ, ਬੈਠਕ ਕਰਨੀ ਪੈਣੀ ਹੈ। ਆਸਣ ਕਹਿੰਦੇ ਉੱਥੇ ਪਰਮਾਨੈਂਟ ਬੈਠਣਾ ਪਊਗਾ ਤੈਨੂੰ। ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਇਸ ਰਸਤੇ ਦੇ ਉੱਤੇ, ਇਸ ਜਗ੍ਹਾ ਤੇ, ਇਸ ਪੰਥ ਤੇ ਕਲਪਨਾ ਨਹੀਂ ਕਰਨੀ, ਵਿਚਾਰ ਨਹੀਂ ਲੈਣੇ, ਲਹਿਰਾਂ ਨਹੀਂ ਉੱਠਣੀਆਂ ਚਾਹੀਦੀਆਂ, ਲਹਿਰਾਂ ਨੂੰ ਨਹੀਂ ਆਉਣਗੀਆਂ, ਲਹਿਰਾਂ ਉਹਨਾਂ ਨੂੰ ਛੱਡੀ ਜਾਣਾ। ਵਿਵਰਜਿਤ ਹੈਗੀ ਆ ਇਹ ਲਹਿਰਾਂ ਹੀ, ਮਾਇਆ ਹੈਗੀਆਂ। ਫਿਰ ਜਿਹੜੇ ਸੁੰਨ ਦੇ ਵਿੱਚ ਨਹੀਂ ਬੈਠਾ ਤੂੰ, ਆ ਗਈ ਮਾਇਆ ਤੇਰੇ ਨਾਲ। ਸੁੰਨ ਗੁਫਾ में ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਆ ਹੈਗੀ ਕਾਰਵਾਈ ਪਾਈ। ਇਹ ਕਿਸ ਤਰ੍ਹਾਂ ਕਰਨੀ ਹੈਗੀ? ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਮਾਲਕ ਪਰਮਾਤਮਾ ਹੈਗਾ ਰਾਜਾ, ਤੇ ਮਹਾਰਾਜ ਕਹਿੰਦੇ ਆ ਮੈਂ ਤਾਂ ਬੈਰਾਗੀ ਹੋ ਗਿਆ ਤੇਰਾ, ਜੋਗੀ ਬਣ ਗਿਆ, ਮੈਂ ਤਾਂ ਜੋਗੀ ਹੋ ਗਿਆ ਤੇਰਾ।
ਮਰਤ ਨਾ ਸੋਗ ਬਿਯੋਗੀ ਰਹਾ। ਹੁਣ ਮੈਨੂੰ ਜਿਹੜੇ ਹੈਗੇ ਆ ਇਹ ਜਨਮ ਮਰਨ ਦੇ ਗੇੜੇ ਦੇ ਵਿੱਚ ਤੇ ਮੈਂ ਸੋਗ ਦੇ ਨਾਲ ਜਿਹੜਾ ਹੈਗਾ ਨਹੀਂ ਆਪਣੀ ਆ ਜਿਹੜੀ ਹੈਗੀ ਮਨੁੱਖੀ ਜੂਨ ਹਾਰਦਾ। ਹੁਣ ਮੈਂ ਜਨਮ ਮਰਨ ਦੇ ਗੇੜੇ 'ਚੋਂ ਬਾਹਰ ਹੋ ਜਾਊਂਗਾ। ਇਸ ਤਰੀਕੇ ਦੇ ਨਾਲ, ਇਸ ਯੋਗ ਦੇ ਨਾਲ ਮਾਲਕ ਦੇ ਨਾਲ ਜੁੜਨਾ, ਇਸ ਤਰੀਕੇ ਦੇ ਨਾਲ ਜੁੜਨਾ ਹੈ ਮਾਲਕ ਪਰਮਾਤਮਾ ਦੇ ਨਾਲ। ਰਹਾਓ ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਕਹਿੰਦੇ ਜਿਹੜੀ ਸਿੰਘੀ ਹੈਗੀ, ਜੋਗੀ ਲੋਕ ਸਿੰਘ ਵਜਾਉਂਦੇ ਸੀਗੇ ਔਰ ਉਹ ਲੋਕ ਮੁਸਲਮਾਨ ਟਰੰਪੇਟ ਵਜਾਉਂਦੇ ਆ। ਕਹਿੰਦੇ ਖੰਡ ਬ੍ਰਹਮੰਡਾਂ ਦੇ ਵਿੱਚ ਕਹਿੰਦੇ ਆ ਉਹ ਖੰਡਾਂ ਬ੍ਰਹਮੰਡਾਂ ਦੇ ਵਿੱਚ ਇਹ ਸਿੰਘੀ ਵੱਜ ਰਹੀ ਆ ਭਾਈ, ਇਹ ਅਨਹਦ ਸ਼ਬਦ ਵੱਜ ਰਹੇ ਆ, ਇਹ ਧੁਨ ਵੱਜ ਰਹੀ ਹੈ। ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਜੋਗੀਆਂ ਦਾ ਬਟੂਆ ਹੁੰਦਾ ਸੀਗਾ। ਆਪਣਾ ਬਟੂਆ ਕੀ ਹੈਗਾ ਵੀ ਆਪਾਂ ਨੂੰ ਚੇਤੇ ਰਹੇ ਵੀ ਇਹ ਸਾਰਾ ਸੰਸਾਰ ਜਿਹੜਾ ਹੈਗਾ ਇਹ ਭਸਮ ਹੈਗੀ ਹੈ, ਇਹ ਰੀਅਲ ਨਹੀਂ ਹੈਗਾ, ਇਹ ਫੈਬਰੀਕੇਟਡ ਹੈਗਾ। ਇਹ ਮ੍ਰਿਗ ਤ੍ਰਿਸ਼ਨਾ ਹੈਗੀ, ਗੰਧਰਵ ਨਗਰੀ ਹੈਗੀ ਹੈ, ਧਰੁਮ ਛਾਇਆ ਹੈਗੀ, ਦਰਖਤ ਦੀ ਛਾਂ ਹੈਗੀ। ਤਾੜੀ ਲੱਗ ਗਈ ਤ੍ਰਿਪਲ ਪਲਟੀ ਹੈ, ਝੂਟੇ ਹੋਏ ਪਸਾਰੀ। ਇਹਦੇ ਨਾਲ ਤੇਰੀ ਤਾੜੀ ਲੱਗ ਜਾਣੀ ਆ, ਤੈਨੂੰ ਸੁਰਤ ਤੇਰੀ ਸੁਰਤ ਟਿਕ ਜਾਣੀ ਆ ਕੇ, ਤੇਰਾ ਮਨ ਖੜ ਜਾਣਾ ਆ। ਤਾੜੀ ਲੱਗ ਗਈ ਤ੍ਰਿਪਲ ਪਲਟੀ ਹੈ। ਇਹ ਮਾਇਆ ਤਿੰਨ ਗੁਣੀ ਤਮੋ ਰਜੋ ਸਤੋ ਇਹ ਪਲਟ ਜਾਣੀ ਹੈ। ਇੱਧਰੋਂ ਤੇਰੀ ਬਿਰਤੀ ਚੌਥੇ ਪਦ 'ਚ ਚਲੇ ਜਾਣੀ। ਛੂਟੇ ਹੋਏ ਪਸਾਰੀ, ਤੂੰ ਪਸਾਰੀ ਘਰ ਗ੍ਰਸਤੀ ਵਾਲਾ ਪਸਾਰੇ ਵਾਲਾ ਹੋ ਕੇ ਵੀ ਛੁੱਟ ਜਾਏਗਾ। ਹੁਣ ਪ੍ਰੈਕਟੀਕਲ ਸ਼ੁਰੂ ਹੋ ਰਿਹਾ ਹੈ ਤੀਸਰੇ ਬੰਦ 'ਚ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਜੁਗ ਜੁਗ ਹਮੇਸ਼ਾ ਵਾਸਤੇ, ਅਬਿਨਾਸੀ ਹੋਣ ਦੇ ਵਾਸਤੇ ਇੱਕ ਜਿਹੜੀ ਹੈਗੀ ਇੱਕ ਤੁੰਬੀ, ਇੱਕ ਸਾਰਦਾ, ਇਹ ਜਿਹੜੀ ਹੈ ਜਿਹਦੇ ਨਾਲ ਤਾਰਾਂ ਦੇ ਨਾਲ ਜਿਹੜੀ ਮਿਊਜ਼ਿਕ ਮਿਲਦਾ ਹੈ, ਕਹਿੰਦੇ ਉਹ ਜਿਹੜੀ ਹੈਗੀ ਬਣਾ ਲਈ ਭਾਈ। ਜੁਗਾਂ ਜੁਗਾਂ ਦੇ ਵਿੱਚ ਜਿਹੜੀ ਅਨਹਦ ਕਿੰਗਰੀ, ਜਿਹੜੀ ਅਨਹਦ ਸ਼ਬਦ ਜਿਹੜੇ ਹੈਗੇ, ਜਿਹੜੇ ਮਾਲਕ ਪਰਮਾਤਮਾ ਦੇ ਨਾਲ ਜੋੜਨ ਵਾਲੇ ਆ, ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕੀਤਾ। ਕਿਵੇਂ? ਮਨ ਨੂੰ ਫੜਿਆ, ਮਨ ਨੂੰ ਫੜਿਆ। ਫਿਰ ਪਵਨ ਸਵਾਸ, ਇਹ ਜਿਹੜੇ ਸਵਾਸ ਚੱਲ ਰਹੇ ਆਪਣੇ, ਇਹ ਸਵਾਸਾਂ ਨੂੰ ਜਿਹੜਾ ਹੈਗਾ ਮਨ ਔਰ ਪਵਨ ਦੋ ਚੀਜ਼ਾਂ ਜਦ ਆਪਾਂ ਸਿਮਰਨ ਕਰਦੇ ਹਾਂ, ਦੋ ਚੀਜ਼ਾਂ ਜਿਹੜੀਆਂ ਹੈਗੀਆਂ, ਇੱਕ ਮਨ ਨੂੰ ਫੜਨਾ ਹੈ ਤੇ ਸਵਾਸਾਂ ਨੂੰ ਫੜਨਾ ਹੈ। ਉੱਪਰ ਦੱਸਿਆ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ। ਤੀਸਰੀ ਚੀਜ਼ ਸੁਰਤ ਹੈਗੀ ਆਪਣੀ, ਤੀਸਰੀ ਚੀਜ਼ ਸੁਰਤ ਹੈਗੀ ਆਪਣੀ। ਇਹ ਤਿੰਨ ਚੀਜ਼ਾਂ ਆ ਗਈਆਂ, ਇੱਕ ਔਰ ਸਿਮਰਨ ਔਰ ਧਿਆਨ। ਤਾਂ ਹੋਣਾ ਹੈ ਧਿਆਨ। ਇਹ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਚੱਲਾਂਗੇ ਤਾਂ ਇਹ ਜੁਗਾਂ ਜੁਗਾਂ ਤੱਕ ਜਿਹੜੀ ਹੈਗੀ ਸਾਰਦਾ ਵੱਜੂਗੀ ਭਾਈ। ਇਹ ਵੀਣਾ, ਇਹ ਜਿਹੜੀ ਹੈਗੀ ਅਨਹਦ ਸ਼ਬਦ, ਅਨਹਦ ਕਿੰਗਰੀ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਕੀ ਕਰਨਾ ਹੈ? ਅੱਖਾਂ ਬੰਦ ਕਰਕੇ ਬਸ ਚੁੱਪ ਹੋ ਜਾਣਾ ਹੈ ਔਰ ਮਨ ਜਿਹੜਾ ਵਿਚਾਰ ਲੈ ਰਿਹਾ ਹੈ ਉਹਨੂੰ ਤੇ ਆਪਣੀ ਸੁਰਤ ਜਿਹੜੀ ਬਾਹਰ ਜਾ ਰਹੀ ਹੈ, ਜਿਹੜੀ ਵਿਚਾਰਾਂ ਦੇ ਵਿੱਚ ਆ, ਉਹਨੂੰ ਉਹਦੇ ਨਾਲ ਮਿਲਾ ਦੇਣਾ ਹੈ ਮਨ ਦੇ। ਔਰ ਸਵਾਸ ਜਿਹੜੇ ਹੈਗੇ ਆਟੋਮੈਟਿਕਲੀ ਜਿਹੜੇ ਹੈਗੇ ਸਵਾਸ ਜਿਹੜੇ ਹੈਗੇ ਆਪਣੇ ਮੱਧਮ ਹੋਣੇ ਸ਼ੁਰੂ ਹੋ ਜਾਣਗੇ। ਔਰ ਇਹ ਸਵਾਸ ਜਿਹੜੇ ਹੈਗੇ ਇਹ ਨਾਭੀ ਦੇ ਵਿੱਚ ਚਲੇ ਜਾਣਗੇ। ਸਵਾਸ ਇੰਨੇ ਛੋਟੇ ਹੋ ਜਾਣਗੇ, ਸਵਾਸ ਇੰਨੇ ਛੋਟੇ ਹੋ ਜਾਣਗੇ ਸਵਾਸ ਕਿ ਧੁੰਨੀ ਦੇ ਉੱਤੇ ਸਵਾਸ ਚੱਲਣ ਲੱਗ ਜਾਣਗੇ। ਸਿੱਧਾ ਉਹ ਮੂੰਹ ਦੇ ਵਿੱਚੋਂ ਡਾਇਰੈਕਟ ਧੁੰਨੀ ਦੇ ਵਿੱਚ ਪਹੁੰਚ ਜਾਏਗਾ ਸਵਾਸ। ਇੰਨੇ ਛੋਟੇ ਸਵਾਸ ਹੋ ਜਾਣਗੇ, ਇੰਨੇ ਛੋਟੇ। ਜਿਵੇਂ ਛੋਟਾ ਬੱਚਾ ਹੁੰਦਾ ਸਵਾਸ ਲੈਂਦਾ, ਕਦੇ ਦੇਖੋ ਨਾਭੀ ਦੇ ਉੱਤੇ ਹੱਥ ਲਗਾਓ, ਛੋਟੇ ਬੱਚੇ 3 ਮਹੀਨੇ ਦੇ ਬੱਚੇ ਤੋਂ ਪਹਿਲਾਂ ਦਾ ਉਸ ਤਰੀਕੇ ਦੇ ਨਾਲ। ਔਰ ਇਹਦੇ ਵਾਸਤੇ ਜਿਹੜਾ ਹੈਗਾ ਸਵਾਦ ਸਨਾਹ
ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਇਹ ਸਵਾਦ ਜਿਹੜੇ ਹੈਗੇ, ਪਦਾਰਥ ਜਿਹੜੇ ਹੈਗੇ, ਭਰਪੂਰ ਪੇਟ ਰੱਜ ਕੇ ਖਾ ਲਿਆ ਤੇ ਗੱਲ ਨਹੀਂ ਬਣੇਗੀ ਭਾਈ। ਇਹ ਜਿਹੜੇ ਹੈਗੇ ਆ ਦੋਨਾਂ ਦੇ ਦੋਨੋਂ ਨੱਕ ਜਿਹੜੇ ਆ ਸਮ ਹੋ ਜਾਣਗੇ, ਬਿਲਕੁਲ ਬਿਲਕੁਲ ਜਿਹੜਾ ਹੈਗਾ ਕੋਈ ਉਹਦੇ ਵਿੱਚ ਡਿਸਟਰਬੈਂਸ ਨਹੀਂ ਰਹੇਗੀ, ਔਰ ਸਵਾਸ ਸਮ ਹੋ ਜਾਣਗੇ। ਸਮ ਹੋਣੇ ਕੀ ਹੈ, ਬਿਲਕੁਲ ਛੋਟੇ ਹੋ ਜਾਣਗੇ ਸਵਾਸ, ਔਰ ਨਾਭੀ ਦੇ ਉੱਤੇ ਚਲੇ ਜਾਣਗੇ ਸਵਾਸ, ਬਿਲਕੁਲ ਹਲਕੇ ਹਲਕੇ, ਪਤਾ ਹੀ ਨਹੀਂ ਲੱਗੇਗਾ। ਔਰ ਮਨ ਔਰ ਪਵਨ, ਮਨ ਇਸ ਤਰ੍ਹਾਂ, ਮਨ ਪਵਨ ਤੇ ਸੁਰਤ, ਇਹ ਦੇਖੋ ਕੰਬੀਨੇਸ਼ਨ ਹੋ ਗਿਆ ਤਿੰਨਾਂ ਦਾ। ਸੁਰਤ ਨਿੱਟੇ ਇਹਦੇ ਵਿੱਚ ਚਲੇ ਜਾਣਾ, ਬੰਦ ਹੋ ਜਾਣੇ ਵਿਚਾਰ, ਕੋਈ ਆਉਣਾ ਹੀ ਨਹੀਂ ਹੈਗਾ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਇਹਨੂੰ ਬਿਆਨ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਮੇਰੇ ਵਾਸਤੇ। ਮਨ ਪਵਨ ਦੋਏ ਤੂੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਥਿਰ ਪਈ ਤੰਤੀ ਟੂਟਸ ਨਾਹੀ। ਲੋਕ ਕਹਿੰਦੇ ਐਸੀ ਤੰਤੀ, ਐਸੀ ਵੀਣਾ, ऐसी आनंद वीणा बज थिर हो गई, मन भी थिर हो गया, सुरत भी थिर हो गई और श्वास भी थिर हो गए, बिल्कुल छोटे हल्के नाभि दे विच श्वास हो गए। थिर पई तंती टूटस नाही, अनहद किंगरी बाजी। कहते आ तां कमाल हो गया, कमाल हो गया। और जिन्नी देर मर्जी बैठे रहो, कोई 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 डिस्टर्बेंस नहीं। मन पवन दोए तूंबा करी है, जुग जुग सारद साजी। थिर पई तंती टूटस नाही, अनहद किंगरी बाजी। सुन मन मगन पए हैं पूरे। बस आया आया किंगरी, आया आनंद शब्द। इनू कहते मन उत्थे बस पूरी तरह मगन हो गया। सुन मन मगन पए हैं पूरे। उस ओदी जगह खड़ गया मन, कोई विचार नहीं, कुछ नहीं, बस सुन दे विच बैठा है। माया डोल ना लागी। माया किवें लगेगी, माया तो विचार हैगे। माया डोल, माया नहीं लग सकती भाई, नहीं डुला सकती माया, डोलनी कुछ नहीं कर सकती उत्थे। कहो कबीर ताको पुनरप जन्म नहीं, खेल गयो बैरागी। कहते उस नूं जिहड़ा दोबारा जन्म मरण दे गेड़ च नहीं आउंदा भाई, जिहड़ा बैरागी, जिहड़ा बैरागी हो गया उतां, बैरागी हो गया उतां, जिहड़ा आ खेड खेड गया, जिहड़ा आ ध्यान सिमरन कर गया भाई, जिन्हें अपनी सुरत नूं, अपने मन नूं, अपने श्वासां नूं अपने सम करना सीख लिया। ये प्रैक्टिकल हैगा भाई, ये बैठ जाओ बस। और इहदे वास्ते जिहड़ा हैगा भोजन जिहड़ा हैगा जिन्नी क नीड हैगी उन्ना लेना पऊगा। थोड़े दिन जिहड़ा हैगा शरीर की शुद्धि हो जाएगी, हौली हौली जिहड़ा हैगा पहुँच जावांगे उस जगह दे उत्ते। अपने आप भोजन जिहड़ा हैगा घट जाना है, अपने आप जिन्नी क नीड है उन्नी क रोटी उन्ना की लवांगे आपां। सारे स्वाद जिहड़े हैगे उन्हां दे वल्लों हट जाना है आपां ने। हाँ जी ये प्रैक्टिकल हुण आपां अगली क्लास दे विच लवांगे। 5 मिनट का ब्रेक हैगा भाई, इस तो अगे अगली क्लास लवांगे। भाई साहब जी बेनती आ भी ये रिकॉर्ड कीता तुसीं? हाँ जी, हाँ जी, थैंक यू जी। हाँ जी, थैंक यू। ओके जी। वाहिगुरू जी का खालसा, वाहिगुरू जी की फतेह। बहुत बहुत धन्यवाद भाई साहब जी।